ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਸੂਫੀ ਕਾਵਿ ਦੇ ਕਵੀ ਖਵਾਜਾ ਗੁਲਾਮ ਫਰੀਦ ਜੀ ਦੀਆਂ ਕਾਫੀਆਂ ਬਾਰੇ ਗੱਲਬਾਤ ਕਰਾਂਗੇ। ਖਵਾਜਾ ਗੁਲਾਮ ਫਰੀਦ ਜੀ 19ਵੀਂ ਸਦੀ ਦੇ ਸੂਫੀ ਕਾਵਿ ਧਾਰਾ ਦੇ ਸ਼੍ਰੋਮਣੀ ਅਤੇ ਅੰਤਿਮ ਕਵੀ ਹੋਏ ਹਨ। ਆਪ ਜੀ ਦਾ ਜਨਮ 1841 ਈਸਵੀ ਵਿੱਚ ਪਿੰਡ ਚਾਚੜਾ ਸ਼ਰੀਫਾਂ, ਰਿਆਸਤ ਬਹਾਵਲਪੁਰ, ਪਾਕਿਸਤਾਨ ਵਿੱਚ ਮੌਲਾਨਾ ਖੁਦਾ ਬਖਸ਼ ਦੇ ਘਰ ਹੋਇਆ। ਆਪ ਗੁਲਾਮ ਫਰੀਦ ਚਾਚੜਾਂ ਵਾਲੇ ਦੇ ਨਾਂ ਨਾਲ ਵੀ ਮਸ਼ਹੂਰ ਹੋਏ। ਆਪ ਜੀ ਦਾ ਪਹਿਲਾ ਨਾਂ ਖੁਰਸ਼ੀਦ ਆਲਮ ਸੀ। ਆਪ ਜੀ ਦੇ ਵੱਡੇ ਵਡੇਰੇ ਜਹਾਂਗੀਰ ਬਾਦਸ਼ਾਹ ਦੇ ਸਮੇਂ ਠੱਠਾ ਸਿੰਧ ਤੋਂ ਮੰਗਲੋਟ ਆ ਵਸੇ। ਫਿਰ ਆਪ ਜੀ ਦੇ ਪਿਤਾ ਜੀ ਨਵਾਬ ਬਹਾਵਲਪੁਰ ਦੇ ਸੱਦੇ 'ਤੇ ਸਿੰਧ ਨਦੀ ਦੇ ਪੂਰਬੀ ਕੰਢੇ 'ਤੇ ਚਾਚੜਾਂ ਵਿੱਚ ਵਸ ਗਏ। 1901 ਈਸਵੀ ਵਿੱਚ ਆਪ ਅਕਾਲ ਚਲਾਣਾ ਕਰ ਗਏ। ਖਵਾਜਾ ਗੁਲਾਮ ਫਰੀਦ ਜੀ ਸੂਫੀ ਸੰਤ ਵੀ ਸਨ ਅਤੇ ਮੁਲਤਾਨੀ ਕਾਫੀ ਦੇ ਪ੍ਰਮੁੱਖ ਕਵੀ ਵੀ ਸਨ। ਆਪ ਜੀ ਦੀ ਰਚਨਾ ਨਾਲ ਕਾਫੀ ਆਪਣੇ ਅੰਤਿਮ ਪੜਾਅ 'ਤੇ ਪੁੱਜਦੀ ਹੈ। ਖਵਾਜਾ ਗੁਲਾਮ ਫਰੀਦ ਜੀ ਨੇ ਪੰਜਾਬੀ ਸੂਫੀ ਕਾਵਿ ਇਤਿਹਾਸ ਵਿੱਚ ਸਭ ਤੋਂ ਵੱਧ ਰਚਨਾ ਕੀਤੀ। ਆਪ ਜੀ ਨੇ ਆਪਣੀਆਂ ਕਾਫੀਆਂ ਵਿੱਚ ਸਭ ਤੋਂ ਵਧੇਰੇ ਰੰਗ ਭਰੇ, ਸਭ ਤੋਂ ਵੱਧ ਬਹਿਰ ਵਰਤੇ ਅਤੇ ਬੇਅੰਤ ਅਲੰਕਾਰਾਂ, ਬਿੰਬਾਂ, ਪ੍ਰਤੀਕਾਂ, ਚਿੰਨ੍ਹਾਂ ਅਤੇ ਰੂਪਕਾਂ ਦੀ ਵਰਤੋਂ ਕੀਤੀ। ਆਪ ਜੀ ਦੇ ਦੀਵਾਨ ਵਿੱਚ 272 ਕਾਫੀਆਂ ਹਨ, ਜਿਨ੍ਹਾਂ ਵਿੱਚ ਆਪ ਜੀ ਨੇ ਛੋਟੇ ਵੱਡੇ ਸਾਰੇ ਬਹਿਰ ਸਫਲਤਾ ਸਹਿਤ ਵਰਤੇ ਹਨ। ਹੁਣ ਅਸੀਂ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਖਵਾਜਾ ਗੁਲਾਮ ਫਰੀਦ ਜੀ ਦੀਆਂ ਕਾਫੀਆਂ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਅਸੀਂ ਰਚਨਾ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ, ਕਾਵਿ ਸਤਰਾਂ ਦੀ ਵਿਆਖਿਆ ਕਰਾਂਗੇ ਅਤੇ ਕੇਂਦਰੀ ਭਾਵ ਕਰਾਂਗੇ। ਸਾਡੇ ਪਾਠਕ੍ਰਮ ਵਿੱਚ ਸ਼ਾਮਿਲ ਖਵਾਜਾ ਗੁਲਾਮ ਫਰੀਦ ਜੀ ਦੀ ਪਹਿਲੀ ਕਾਫੀ ਦਾ ਨਾਂ ਹੈ ਸਾਵਨ ਬੂੰਦੜੀਆਂ ਚਰਲਾਵੇ। ਇਸ ਵਿੱਚ ਕਵੀ ਨੇ ਬਰਸਾਤ ਰੁੱਤ ਦੇ ਸੁਹਾਵਣੇ ਵਾਤਾਵਰਣ ਦੇ ਪ੍ਰਭਾਵ ਕਾਰਨ ਬਿਰਹਨ ਦੇ ਮਨ ਵਿੱਚ ਉਪਜੇ ਪ੍ਰੀਤਮ ਤੋਂ ਵਿਛੋੜੇ ਦੇ ਦੁੱਖ ਅਤੇ ਉਸ ਦੇ ਮਿਲਾਪ ਦੀ ਤੜਫ ਨੂੰ ਪੇਸ਼ ਕੀਤਾ ਹੈ। ਕਾਫੀ ਹੈ। ਸਾਵਨ ਬੂੰਦੜੀਆਂ ਚਰਲਾਵੇ, ਕੂਕ ਕੂਕ ਪਾਪੀੜੇ ਪਪੀਹਾ, ਫੂਕ ਫੂਕ ਤਨ ਆਗ ਲਗਾਵੇ, ਕੋਇਲ ਕੂੰਚ ਮੁਰਰਵਾ ਬੈਠੇ, ਦਿਲ ਦੁਖਿਆਰੀ ਨੂੰ ਦੁਖਤਾਵੇ, ਨੈਣ ਚੈਨ ਸੇ ਝਗੜਤ ਝਗੜਤ, ਤੜਫਤ ਤੜਫਤ ਰੈਣ ਬਿਹਾਵੇ। ਬੂੰਦੜੀਆਂ ਸ਼ਬਦ ਦਾ ਅਰਥ ਹੈ ਕਣੀਆਂ ਜਾਂ ਬੂੰਦਾਬਾਂਦੀ। ਚਰਲਾਵੇ ਸ਼ਬਦ ਦਾ ਅਰਥ ਹੈ ਬਰਸਾਵੇ। ਪਾਪੀੜੇ ਸ਼ਬਦ ਦਾ ਅਰਥ ਹੈ ਪਾਪੀ ਜਾਂ ਦੁਖਿਆਰਾ। ਫੂਕ ਫੂਕ ਸ਼ਬਦ ਦਾ ਅਰਥ ਹੈ ਫੂਕਾਂ ਮਾਰ ਮਾਰ ਕੇ। ਮੁਰਰਵਾ ਸ਼ਬਦ ਦਾ ਅਰਥ ਹੈ ਮੋਰ। ਦੁੱਖ ਸ਼ਬਦ ਦਾ ਅਰਥ ਹੈ ਦੁੱਖ। ਤਾਵੇ ਸ਼ਬਦ ਦਾ ਅਰਥ ਹੈ
ਸਾੜੇ ਜਾਂ ਤਪਾਵੇ। ਬਿਹਾਵੇ ਸ਼ਬਦ ਦਾ ਅਰਥ ਹੈ ਬੀਤੇ। ਬਿਰਹਨ ਕਹਿੰਦੀ ਹੈ ਕਿ ਸਾਵਣ ਦਾ ਮਹੀਨਾ ਕਣੀਆਂ ਵਰਾ ਰਿਹਾ ਹੈ। ਇਸ ਰੁੱਤ ਵਿੱਚ ਪਾਪੀ ਪਪੀਹਾ ਫੂਕਾਂ ਮਾਰ ਮਾਰ ਕੇ ਤਨ ਨੂੰ ਫੜਕਦੀ ਹੋਈ ਵਿਛੋੜੇ ਦੀ ਅੱਗ ਲਾ ਰਿਹਾ ਹੈ। ਆਲੇ ਦੁਆਲੇ ਇਸ ਸੁਹਾਵਣੀ ਰੁੱਤ ਵਿੱਚ ਖੁਸ਼ ਹੋਈਆਂ ਕੂੰਜਾਂ ਅਤੇ ਕੋਇਲਾਂ ਬੋਲ ਰਹੀਆਂ ਹਨ। ਮੋਰ ਪੈਲਾਂ ਪਾ ਕੇ ਕੂਕ ਰਹੇ ਹਨ, ਪਰ ਇਸ ਬਿਰਹਨ ਦੁਖਿਆਰੀ ਦੇ ਦਿਲ ਨੂੰ ਦੁੱਖ ਤਪਾ ਰਿਹਾ ਹੈ। ਮੇਰੇ ਨੈਣਾਂ ਦਾ ਤਾਂ ਜਿਵੇਂ ਚੈਨ ਨਾਲ ਲਗਾਤਾਰ ਝਗੜਾ ਹੋ ਰਿਹਾ ਹੈ। ਉਹ ਸਾਰੀ ਰਾਤ ਤੜਪ ਤੜਪ ਕੇ ਬਿਤਾਉਂਦੇ ਹਨ। ਛਤੀਆ ਧੜਕਤ ਜਿਹੜਾ ਲਰਜਤ ਤੁਝ ਬਿਨ ਕਾਰੀ ਘਟਨ ਡਰਾਵੇ। ਰੂਮ ਝੂਮ ਰੁੱਤ ਬਰਖਾ ਸੋਹੇ ਅੰਗ ਢੰਗ ਰਸ ਰਾਂਦ ਰਚਾਵੇ। ਬੀਤ ਗਏ ਦਿਨ ਰਹਿਣ ਦੁਖਾਂਦੇ ਕਹੋ ਰੀ ਪੀਆ ਕੋ ਸੇਜ ਸੁਹਾਵੇ। ਪ੍ਰੀਤਮ ਪ੍ਰੀਤ ਫਰੀਦ ਨਾ ਪਾਲੀ ਅੰਗ ਅੰਗ ਬਿਰਹਨ ਮੁਰਝਾਵੇ। ਛਤੀਆ ਸ਼ਬਦ ਦਾ ਅਰਥ ਹੈ ਛਾਤੀ। ਲਰਜਤ ਸ਼ਬਦ ਦਾ ਅਰਥ ਹੈ ਕੰਬੇ। ਕਾਰੀ ਕਟਨ ਸ਼ਬਦ ਦਾ ਅਰਥ ਹੈ ਕਾਲੀ ਘਟਾ ਜਾਂ ਕਾਲੇ ਬੱਦਲ। ਰੂਮ ਚੋਮ ਸ਼ਬਦ ਦਾ ਅਰਥ ਹੈ ਰਿਮਚਿਮ। ਰਾਂਦ ਸ਼ਬਦ ਦਾ ਅਰਥ ਹੈ ਦੁਖੜੇ। ਮੁਰਝਾਵੇ ਸ਼ਬਦ ਦਾ ਅਰਥ ਹੈ ਕੁਮਲਾ ਗਏ ਹਨ। ਬਿਰਹਨ ਕਹਿੰਦੀ ਹੈ ਕਿ ਸਾਵਣ ਦੇ ਸੁਹਾਵਣੇ ਵਾਤਾਵਰਨ ਵਿੱਚ ਪ੍ਰੀਤਮ ਦੇ ਵਿਛੋੜੇ ਕਾਰਨ ਉਸ ਦੀ ਛਾਤੀ ਧੜਕ ਰਹੀ ਹੈ ਅਤੇ ਦਿਲ ਕੰਬ ਰਿਹਾ ਹੈ। ਉਹ ਪ੍ਰੀਤਮ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ, ਤੇਰੇ ਤੋਂ ਬਿਨਾਂ ਮੈਨੂੰ ਕਾਲੇ ਬੱਦਲਾਂ ਦੀਆਂ ਘਟਾਵਾਂ ਡਰਾ ਰਹੀਆਂ ਹਨ। ਰਿਮ ਚਿਮ ਵਰਦੀ ਹੋਈ ਸੁਹਾਵਣੀ ਵਰਖਾ ਰੁੱਤ ਨੇ ਮੇਰੇ ਅੰਗ ਅੰਗ ਵਿੱਚ ਰਚ ਕੇ ਖੇਡ ਕੁੱਦ ਨੂੰ ਬਹੁਤ ਹੀ ਦਿਲਚਸਪ ਬਣਾ ਦਿੱਤਾ ਹੈ। ਮੈਨੂੰ ਆਲੇ ਦੁਆਲੇ ਖੁਸ਼ੀ ਪਸਰੀ ਹੋਈ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਤੇਰੇ ਤੋਂ ਵਿਛੋੜੇ ਦੇ ਦੁੱਖਾਂ ਭਰੇ ਦਿਨ ਰਾਤ ਬੀਤ ਗਏ ਹਨ। ਮੈਂ ਚਾਹੁੰਦੀ ਹਾਂ ਕਿ ਕੋਈ ਮੇਰੇ ਪ੍ਰੀਤਮ ਨੂੰ ਜਾ ਕੇ ਕਹੇ ਕਿ ਉਹ ਆ ਕੇ ਮੇਰੀ ਸੇਜ ਨੂੰ ਰਸਦਾਇਕ ਬਣਾਵੇ, ਪਰੰਤੂ ਮੈਨੂੰ ਦੁੱਖ ਹੈ ਕਿ ਮੇਰੇ ਪ੍ਰੀਤਮ ਨੇ ਪ੍ਰੀਤ ਨੂੰ ਨਹੀਂ ਪਾਲਿਆ ਅਤੇ ਉਸ ਦੇ ਵਿਛੋੜੇ ਕਾਰਨ ਮੇਰਾ ਬਿਰਹਨ ਦਾ ਅੰਗ ਅੰਗ ਦੁੱਖ ਵਿੱਚ ਕੁਮਲਾ ਗਿਆ ਹੈ। ਸੋ ਇਹ ਸੀ ਖਵਾਜਾ ਗੁਲਾਮ ਫਰੀਦ ਜੀ ਦੀ ਕਾਫੀ ਸਾਵਣ ਬੂੰਦੜੀਆਂ ਚਰਲਾਵੇ। ਇਸ ਕਾਫੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਸਾਵਣ ਦੀ ਰੁੱਤ ਦੀ ਰਿਮ ਚਿਮ ਅਤੇ ਪਪੀਹੇ, ਕੂੰਜਾਂ, ਕੋਇਲਾਂ ਅਤੇ ਮੋਰਾਂ ਦਾ ਬੋਲਣਾ ਬਿਰਹਨ ਦੇ ਮਨ ਵਿੱਚ ਪ੍ਰੀਤਮ ਤੋਂ ਵਿਛੋੜੇ ਦੇ ਦੁੱਖ ਨੂੰ ਵਧਾ ਕੇ ਮਿਲਾਪ ਦੀ ਇੱਛਾ ਨੂੰ ਜਗਾਉਂਦਾ ਹੈ। ਉਹ ਚਾਹੁੰਦੀ ਹੈ ਕਿ ਉਸ ਦਾ ਪ੍ਰੀਤਮ ਉਸ ਨੂੰ ਆ ਕੇ ਮਿਲੇ, ਪਰ ਉਸ ਨੂੰ ਇਹ ਜਾਣ ਕੇ ਦੁੱਖ ਹੁੰਦਾ ਹੈ ਕਿ ਉਹ ਇਸ ਪ੍ਰੀਤ ਨੂੰ ਨਹੀਂ ਪਾਲ ਰਿਹਾ। ਖਵਾਜਾ ਗੁਲਾਮ ਫਰੀਦ ਜੀ ਦੀ ਅਗਲੀ ਕਾਫੀ ਦਾ ਨਾਂ ਹੈ ਸ਼ੌ ਰਾਂਝਾ ਅਲਬੇਲਾ। ਇਸ ਕਾਫੀ ਵਿੱਚ ਕਵੀ ਨੇ ਹੀਰ ਦੇ ਰਾਂਝੇ ਲਈ ਪ੍ਰੇਮ ਅਤੇ ਉਸ ਦੇ ਮਿਲਾਪ ਲਈ ਤੜਫ ਨੂੰ ਬਿਆਨ ਕੀਤਾ ਹੈ। ਸ਼ੌ ਰਾਂਝਾ ਅਲਬੇਲਾ ਜੋਗੀ ਜਾਦੂ ਗਰਵੇ, ਰਾਵਲ ਬੰਸੀ ਜੋੜ ਸੁਣਾਈ, ਵਿਸਰ ਗਿਓਮ ਘਰ ਬਾਰਵੇ, ਯਾਰ ਰੰਝੇਟੇ ਮੁਰਲੀ ਵਾਹੀ, ਕਰ ਪੇਚ ਹੁਨਰਵੇ, ਅਨਹਦ ਬੀਨ ਬਜਾ ਮਨ, ਮੋਇਓਸ ਰੁਲਦੀ ਬੂਟੇ ਝਰਵੇ। ਸ਼ੌ ਸ਼ਬਦ ਦਾ ਅਰਥ ਹੈ ਪਤੀ ਜਾਂ ਪ੍ਰੀਤਮ। ਅਲਬੇਲਾ ਸ਼ਬਦ ਦਾ ਅਰਥ ਹੈ ਬਾਂਕਾ ਜਾਂ ਮਸਤ।
ਰਾਵਲ ਸ਼ਬਦ ਦਾ ਅਰਥ ਹੈ ਜੋਗੀ ਜਾਂ ਪਿਆਰਾ। ਬੰਸੀ ਸ਼ਬਦ ਦਾ ਅਰਥ ਹੈ ਬੰਸਰੀ। ਵਿਸਰ ਸ਼ਬਦ ਦਾ ਅਰਥ ਹੈ ਭੁੱਲ। ਗਿਓਮ ਸ਼ਬਦ ਦਾ ਅਰਥ ਹੈ ਗਿਆ। ਵਾਹੀ ਸ਼ਬਦ ਦਾ ਅਰਥ ਹੈ ਵਜਾਈ। ਪੇਚ ਸ਼ਬਦ ਦਾ ਅਰਥ ਹੈ ਵਲ। ਹੀਰ ਕਹਿੰਦੀ ਹੈ ਕਿ ਮੇਰਾ ਪ੍ਰੀਤਮ ਰਾਂਝਾ ਮਸਤ ਜੋਗੀ ਹੈ। ਉਹ ਤਾਂ ਇੱਕ ਜਾਦੂਗਰ ਹੈ। ਉਸ ਜੋਗੀ ਨੇ ਬੰਸਰੀ ਬੁੱਲ੍ਹਾਂ ਨੂੰ ਲਾ ਕੇ ਅਜਿਹੀ ਵਜਾ ਕੇ ਸੁਣਾਈ ਕਿ ਉਸ ਦੀ ਮਸਤੀ ਵਿੱਚ ਮੈਨੂੰ ਆਪਣਾ ਘਰ-ਬਾਰ ਭੁੱਲ ਗਿਆ। ਮੇਰੇ ਯਾਰ ਰਾਂਝੇ ਨੇ ਹੁਨਰ ਦੇ ਪੇਚ ਪਾਉਂਦਿਆਂ ਇਲਾਹੀ ਧੁਨੀ ਪੈਦਾ ਕਰਨ ਵਾਲੀ ਅਜਿਹੀ ਬੀਨ ਵਜਾਈ ਕਿ ਉਸ ਨੇ ਮੈਨੂੰ ਮੋਹ ਕੇ ਰੱਖ ਲਿਆ। ਉਸ ਦੇ ਪ੍ਰਭਾਵ ਕਾਰਨ ਮੈਂ ਕਮਲਿਆਂ ਵਾਂਗ ਜੰਗਲਾਂ ਬੀਆਬਾਨਾਂ ਵਿੱਚ ਰੁਲ ਰਹੀ ਹਾਂ। ਕੰਨੇ ਕੰਨੇ ਪਾਉਂਦੇ ਗਲ ਚੱਪ ਮਾਲਾ, ਰਹਿੰਦੇ ਹੁਸਨ ਨਗਰਵੇ, ਤਖਤ ਹਜ਼ਾਰੋਂ ਰਾਂਝਣ ਆਇਆ, ਹੀਰ ਤੱਤੀ ਦੇ ਘਰ ਵੇ, ਜੋਗਣ ਥੀਸਾਂ ਖਾਕ ਹਮੇਸ਼ਾ, ਰੁਲਸਾਂ ਸ਼ਹਿਰ ਬਹਿਰ ਵੇ। ਕੰਨੇ ਕੰਨੇ ਭਾਵ ਕੰਨਾਂ ਵਿੱਚ, ਤਖਤ ਹਜ਼ਾਰੋਂ ਭਾਵ ਤਖਤ ਹਜ਼ਾਰੇ ਤੋਂ, ਤੱਤੀ ਸ਼ਬਦ ਦਾ ਅਰਥ ਹੈ ਬਦਕਿਸਮਤ, ਥੀਸਾਂ ਸ਼ਬਦ ਦਾ ਅਰਥ ਹੈ ਹੋਵਾਂ। ਹੀਰ ਕਹਿੰਦੀ ਹੈ ਕਿ ਮੇਰੇ ਪ੍ਰੀਤਮ ਦੀ ਪਛਾਣ ਇਹ ਹੈ ਕਿ ਉਸ ਦੇ ਦੋਹਾਂ ਕੰਨਾਂ ਵਿੱਚ ਮੁੰਦਰਾਂ ਹਨ ਅਤੇ ਗਲ ਵਿੱਚ ਮਾਲਾ ਹੈ। ਉਹ ਉਸ ਨਗਰ ਤੋਂ ਹੈ ਜਿਸ ਨੂੰ ਤਖਤ ਹਜ਼ਾਰਾ ਆਖਦੇ ਹਨ। ਉਹ ਵਿਛੋੜੇ ਵਿੱਚ ਤੜਫ ਰਹੀ ਬਦਕਿਸਮਤ ਹੀਰ ਦੇ ਘਰ ਆਇਆ ਹੈ। ਉਸ ਦੀ ਖਾਤਰ ਮੈਂ ਜੋਗਣ ਬਣ ਜਾਵਾਂਗੀ, ਨਿਰਮਾਣਤਾ ਧਾਰਨ ਕਰਕੇ ਮਿੱਟੀ ਵਿੱਚ ਮਿਲ ਜਾਵਾਂਗੀ ਅਤੇ ਸ਼ਹਿਰਾਂ ਤੇ ਸਾਗਰਾਂ ਦੇ ਵਿੱਚ ਰੁਲਦੀ ਫਿਰਾਂਗੀ। ਮਾਂ ਪਿਓ ਛੋੜ ਲੱਗੀ ਲੜ ਤੈਂਡੇ, ਸਾਵਲ ਕਾਰੀ ਕਰਵੇ, ਬਾਜ ਪਰਿੰਦੇ ਬਾਜ ਨਾ ਕਾਈ, ਪੱਠ ਜੇਵਰ ਪੱਠ ਜਰਵੇ। ਸਾਵਲ ਸ਼ਬਦ ਦਾ ਅਰਥ ਹੈ ਪ੍ਰੀਤਮ। ਕਾਰੀ ਸ਼ਬਦ ਦਾ ਅਰਥ ਹੈ ਕਾਰਜ ਜਾਂ ਇਲਾਜ। ਜੇਵਰ ਸ਼ਬਦ ਦਾ ਅਰਥ ਹੈ ਗਹਿਣੇ। ਜਰ ਸ਼ਬਦ ਦਾ ਅਰਥ ਹੈ ਸੋਨਾ। ਹੀਰ ਆਪਣੇ ਪ੍ਰੀਤਮ ਰਾਂਝੇ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਮੈਂ ਆਪਣੇ ਮਾਪਿਆਂ ਨੂੰ ਛੱਡ ਕੇ ਤੇਰੇ ਲੜ ਲੱਗੀ ਹਾਂ। ਹੇ ਮੇਰੇ ਸਾਂਵਲ ਪ੍ਰੀਤਮ, ਤੂੰ ਮੈਨੂੰ ਮਿਲਣ ਦਾ ਕਾਰਜ ਕਰ। ਮੈਂ ਆਪਣੇ ਪ੍ਰੀਤਮ ਤੋਂ ਬਿਨਾਂ ਕੁਝ ਵੀ ਨਹੀਂ ਹਾਂ। ਉਸ ਤੋਂ ਬਿਨਾਂ ਮੇਰੇ ਲਈ ਹਾਰ ਸ਼ਿੰਗਾਰ ਕਿਸੇ ਕੰਮ ਨਹੀਂ। ਮੇਰੇ ਹਾਰ ਸ਼ਿੰਗਾਰ ਦੇ ਸਭ ਗਹਿਣੇ ਅਤੇ ਸੋਨਾ ਭੱਠੀ ਵਿੱਚ ਪੈ ਜਾਵੇ। ਇਤਨਾ ਜ਼ੁਲਮ ਮੁਨਾਸਬ ਨਾਹੀਂ, ਰੱਬ ਕੋਲੋਂ ਕੁਝ ਡਰਵੇ। ਰਾਂਝਾ ਜੋਗੀ ਮੈਂ ਜੋਗਿਆਣੀ, ਦਿੱਤੜੀ ਇਸ਼ਕ ਖਬਰ ਵੇ। ਯਾਰ ਫਰੀਦ ਨਾ ਵਿਸਰਮ ਹਰਗਿਜ਼, ਸਿੱਕਦੀ ਵੈਸਾਂ ਮਰਵੇ। ਮੁਨਾਸਬ ਸ਼ਬਦ ਦਾ ਅਰਥ ਹੈ ਠੀਕ। ਵੈਸਾ ਸ਼ਬਦ ਦਾ ਅਰਥ ਹੈ ਹੋਣਾ। ਹੀਰ ਆਪਣੇ ਪ੍ਰੀਤਮ ਰਾਂਝੇ ਨੂੰ ਕਹਿੰਦੀ ਹੈ ਕਿ ਤੇਰੇ ਲਈ ਮੈਨੂੰ ਇਸ ਹੱਦ ਤੱਕ ਆਪਣੇ ਵਿਛੋੜੇ ਵਿੱਚ ਤੜਫਾਉਣਾ ਠੀਕ ਨਹੀਂ। ਤੈਨੂੰ ਅਜਿਹਾ ਕਰਦਿਆਂ ਰੱਬ ਤੋਂ ਡਰਨਾ ਚਾਹੀਦਾ ਹੈ। ਹੇ ਰਾਂਝਣ ਜੋਗੀ, ਮੈਂ ਤੇਰੇ ਪਿੱਛੇ ਜੋਗਿਆਣੀ ਬਣ ਗਈ ਹਾਂ। ਤੇਰੇ ਨਾਲ ਮੇਰੇ ਇਸ਼ਕ ਦੀ ਗੱਲ ਚਾਰੇ ਪਾਸੇ ਧੁੰਮ ਗਈ ਹੈ। ਹੇ ਪਿਆਰੇ, ਮੈਨੂੰ ਤੇਰੇ ਵਿਛੋੜੇ ਵਿੱਚ ਰਤਾ ਵੀ ਚੈਨ ਨਹੀਂ। ਮੈਨੂੰ ਜਾਪਦਾ ਹੈ ਕਿ ਤੇਰੇ ਮਿਲਾਪ ਲਈ ਤੜਫਦੀ ਹੋਈ ਮੈਂ ਮਰ ਹੀ ਜਾਵਾਂਗੀ। ਸੋ ਇਹ ਸੀ
ਖਵਾਜਾ ਗੁਲਾਮ ਫਰੀਦ ਜੀ ਦੀ ਕਾਫੀ ਸ਼ੌ ਰਾਂਝਾ ਅਲਬੇਲਾ। ਇਸ ਕਾਫੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਹੀਰ ਆਪਣੇ ਪ੍ਰੀਤਮ ਰਾਂਝੇ ਦੇ ਪਿਆਰ ਵਿੱਚ ਕਮਲੀ ਹੋਈ ਉਸ ਦੇ ਵਿਛੋੜੇ ਵਿੱਚ ਤੜਫਦੀ ਅਤੇ ਮਿਲਾਪ ਲਈ ਤਾਂਘਦੀ ਹੈ। ਉਸ ਤੋਂ ਬਿਨਾਂ ਉਸ ਨੂੰ ਆਪਣਾ ਜੀਵਨ ਅਤੇ ਹਾਰ ਸ਼ਿੰਗਾਰ ਕਿਸੇ ਕੰਮ ਨਹੀਂ ਜਾਪਦਾ। ਉਸ ਦੀ ਪ੍ਰਾਪਤੀ ਲਈ ਉਹ ਨਿਰਮਾਣ ਹੋ ਕੇ ਥਾਂ ਥਾਂ ਰੁਲਦੀ ਫਿਰਦੀ ਹੈ। ਇਹ ਸੀ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਖਵਾਜਾ ਗੁਲਾਮ ਫਰੀਦ ਜੀ ਦੀਆਂ ਕਾਫੀਆਂ, ਜਿਨ੍ਹਾਂ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਜੋ ਪ੍ਰਸਿੱਧੀ ਪ੍ਰਾਪਤ ਹੋਈ ਉਹ ਅਧਿਆਤਮਿਕ ਸੁਹਿਰਦਤਾ ਕਰਕੇ ਪ੍ਰਾਪਤ ਹੋਈ। ਆਪ ਜੀ ਦੀ ਰਚਨਾ ਭਾਵੇਂ ਰਹੱਸਮਈ ਕੋਮਲ ਭਾਵਾਂ ਨੂੰ ਚਿਤਰਦੀ ਹੈ, ਪਰੰਤੂ ਕਾਵ ਗੁਣਾਂ ਦੇ ਪੱਖੋਂ ਉਸ ਵਿੱਚ ਸ਼ਾਬਦਿਕ ਚਤੁਰਾਈਆਂ ਅਤੇ ਅਨੁਪ੍ਰਾਸ ਅਲੰਕਾਰ ਦੀ ਭਰਮਾਰ ਹੈ। ਇਸ ਤਰ੍ਹਾਂ ਬਾਬਾ ਫਰੀਦ ਜੀ ਪੰਜਾਬੀ ਦੇ ਪ੍ਰਥਮ ਸੂਫੀ ਕਵੀ ਹਨ ਅਤੇ ਖਵਾਜਾ ਗੁਲਾਮ ਫਰੀਦ ਜੀ ਅੰਤਿਮ। ਇਹਨਾਂ ਦੋਨਾਂ ਮਹਾਨ ਕਵੀਆਂ ਨੇ ਪੰਜਾਬੀ ਸੂਫੀ ਵਿਚਾਰਧਾਰਾ ਨੂੰ ਨਾ ਕੇਵਲ ਲੋਕਪ੍ਰਿਯ ਅਤੇ ਅਮਰ ਹੀ ਕੀਤਾ, ਸਗੋਂ ਇਸ ਨੂੰ ਫਾਰਸੀ ਸੂਫੀ ਵਿਚਾਰਧਾਰਾ ਦੇ ਪੱਧਰ 'ਤੇ ਲਿਆ ਖੜੀ ਕੀਤਾ। ਇਹਨਾਂ ਦੋਹਾਂ ਸੂਫੀ ਕਵੀਆਂ ਦੀ ਦੇਣ ਇਹਨਾਂ ਦੇ ਵਿਅਕਤੀਤਵ ਵਾਂਗ ਹੀ ਮਹਾਨ ਹੈ। ਧੰਨਵਾਦ।